ਰਾਜਪੂਤ ਜੇ ਦਾਸੇ ਨੰਦ। ਇਸ ਤੋਂ ਬਾਅਦ ਫਿਰ ਰਾਜਪੂਤਾਂ ਦਾ ਰਾਜ ਹਿੰਦੁਸਤਾਨ ਦੇ ਵਿੱਚ ਹੋਇਆ। ਪੰਜ ਪੁਸ਼ਤ ਕੇ ਰਾਜ ਬਿਲੰਦ। ਰਜੀਆ ਪੂਤ ਕਹੇ ਜਾਂਦੇ ਸਨ। ਇਹਨਾਂ ਨੇ ਕਹਿੰਦੇ ਬਹੁਤ ਪੁਸ਼ਤਾਂ ਰਾਜ ਕੀਤਾ। 10 ਪੁਸ਼ਤਾਂ ਇਹਨਾਂ ਦੀਆਂ ਰਾਜ ਕਰਕੇ ਗਈਆਂ। ਸੌਰਜ ਮੌਰਜ ਤੂਰਜ ਹੋਏ। ਇਹਨਾਂ ਵਿੱਚ ਸੌਰਜ ਦਾ ਮਤਲਬ ਸੂਰਜ ਵੰਸ਼ੀ ਰਾਜੇ ਹੋਏ। ਮੌਰਜ ਮੋਰੀਆ ਵੰਸ਼ੀ ਜਿਹੜੇ ਉਹ ਵੀ ਰਾਜੇ ਇਹਨਾਂ ਦੇ ਰਾਜ ਕਰਦੇ ਰਹੇ। ਇਸੇ ਤਰ੍ਹਾਂ ਤੂਰਜ ਜਿਹੜੇ ਚੌਹਾਨ ਸਨ, ਪ੍ਰਿਥੀ ਰਾਜ ਚੌਹਾਨ ਵਰਗੇ, ਫਿਰ ਉਹਨਾਂ ਦਾ ਰਾਜ ਰਿਹਾ। ਬਹਰ ਪਠਾਨ ਰਾਜ ਲੈ ਸੋਏ। ਚੌਹਾਨਾਂ ਦੇ ਰਾਜ ਤੋਂ ਬਾਅਦ ਫਿਰ ਪਠਾਨ ਜਿਹੜੇ ਸਨ ਉਹ ਆਏ ਹਿੰਦੁਸਤਾਨ ਦੇ ਵਿੱਚ। ਮੁਹੰਮਦ ਗੌਰੀ ਵਰਗਿਆਂ ਨੇ ਆ ਕੇ ਕਾਬਜ ਕੀਤਾ ਹਿੰਦੁਸਤਾਨ ਤੇ ਰਾਜ ਕਰਨ ਲੱਗੇ। ਪਠਾਨਾਂ ਦਾ ਰਾਜ ਹੋਇਆ। ਮੁਗਲ ਭਏ ਤਨ ਤੇ ਪਛਤਾਪੇ। ਉਹਨਾਂ ਤੋਂ ਬਾਅਦ ਫਿਰ ਮੁਗਲਾਂ ਦਾ ਰਾਜ ਹੋਇਆ। ਬਾਬਰ ਤੋਂ ਫਿਰ ਅੱਗੇ ਮੁਗਲਾਂ ਦਾ ਰਾਜ ਸ਼ੁਰੂ ਹੋ ਜਾਂਦਾ ਹੈ। ਬਾਬਰ ਆਇਆ ਹਿੰਦੁਸਤਾਨ ਗੁਰੂ ਨਾਨਕ ਸਾਹਿਬ ਦੇ ਵੇਲੇ ਚੜ ਕੇ। ਉਹਨੇ ਆ ਕੇ ਹਿੰਦੁਸਤਾਨ ਦੇ ਵਿੱਚ ਮੁਗਲ ਰਾਜ ਸਾਮਰਾਜ ਕਾਇਮ ਕੀਤਾ। ਪ੍ਰਜਾ ਭਏ ਸਭ ਔਰ ਜਾਤੇ। ਹੋਰ ਇੱਕ ਢੰਗ ਬਣਾ ਦਿੱਤਾ। ਸਾਰੀ ਪ੍ਰਜਾ ਨੂੰ ਗੁਲਾਮ ਕਰਕੇ ਉਹਨਾਂ ਨੂੰ ਗੁਲਾਮੀ ਦੇ ਵਿੱਚ ਰੱਖਿਆ। ਪੁਨ ਰੌਰਾ ਕੇ ਤਕ ਦਿਨ ਪਰੈ। ਮਹਾਰਾਜ ਜੀ ਕਹਿੰਦੇ ਇਹਨਾਂ ਦਾ ਰੌਲਾ ਥੋੜਾ ਸਮਾਂ ਔਰੰਗਜ਼ੇਬ ਤੋਂ ਬਾਅਦ ਰੌਲਾ ਸ਼ੁਰੂ ਹੋ ਜਾਣਾ ਮੁਗਲਾਂ ਦਾ। ਇਹਨਾਂ ਦਾ ਰੌਲਾ ਥੋੜਾ ਸਮਾਂ ਬਾਅਦ ਵਿੱਚ ਚੱਲੇਗਾ। ਸੈਨ ਕਾਬਲੀ ਤੇ ਸਭ ਡਰੈ। ਕਹਿੰਦੇ ਹੋਲੇ ਜੇ ਕੁਝ ਸਮੇਂ ਬਾਅਦ ਕਾਬਲ ਤੋਂ ਸੈਨਾ ਆਉਣੀ ਹੈ। ਕਾਬਲ ਤੇ ਕੁੱਤਾ ਮੰਗਵਾਉ ਮਹਾਰਾਜ ਜੀ ਦੇ ਬਚਨ ਨੇ। ਕਹਿੰਦੇ ਕਾਬਲ ਤੋਂ ਆਏਗਾ ਚੜ ਕੇ ਨਾਦਰ ਅਬਦਾਲੀ ਵੱਲ ਇਸ਼ਾਰਾ ਹੈ। ਉਹਦੇ ਤੋਂ ਏਦਾਂ ਕੰਬਣਗੇ ਥਰ ਥਰ ਜਿਵੇਂ ਕਾਂਗ ਲੇਲ ਤੋਂ ਡਰਦਾ ਹੈ। ਇਹਨਾਂ ਦੇ ਰਾਜ ਭਾਗ ਦੇ ਵਿੱਚ ਕਹਿੰਦੇ ਡਾਵਾਂ ਡੋਲ ਹੋ ਜਾਣਗੇ। ਮਹਾਰਾਜ ਕਲਗੀਧਰ ਬਚਨ ਪਹਿਲਾਂ ਹੀ ਕਰ ਰਹੇ ਨੇ। ਤੋ 10ਵੇਂ ਪਾਤਸ਼ਾਹ ਕਹਿੰਦੇ ਏਦਾਂ ਡਰਨਗੇ ਜਿਵੇਂ ਕਾਂਗ ਲੇਲ ਤੋਂ ਡਰਦਾ। ਦੱਛਣ ਕੇ ਦਲ ਉੰਬੜਾ ਕਨੇ। ਉਧਰੋਂ ਦੱਖਣ ਦਿਸ਼ਾ ਤੋਂ ਹਮਲਾ ਮਰੱਟਿਆਂ ਨੇ ਕਰਨਾ। ਇਧਰੋਂ ਕਾਬਲ ਤੋਂ ਇਹਨਾਂ ਨੇ, ਇਧਰ ਪੰਜਾਬ ਦੀ ਧਰਤੀ ਤੇ ਖਾਲਸੇ ਨੇ ਗੱਜਣਾ ਹੈ। ਮੁਗਲਾਂ ਨੇ ਤਾਂ ਭਾਲਿਆ ਨਹੀਂ ਥਿਆਣਾ। ਇਹਨਾਂ ਦਾ ਰਾਜ ਤਾਂ ਦਿਸਣਾ ਹੀ ਨਹੀਂ ਹੈ। ਐਸਾ ਹੀ ਹੋਇਆ। ਉਧਰੋਂ ਮਰਾਠੇ ਚੜ ਕੇ ਆ ਜਾਂਦੇ ਦਿੱਲੀੋਂ। ਇਧਰੋਂ ਕਦੇ ਅਬਦਾਲੀ ਆ ਜਾਏ, ਕਦੇ ਨਾਦਰ ਤੇ ਕਦੇ ਖਾਲਸਾ ਵੀ ਜਾ ਕੇ ਦਿੱਲੀ ਤੇ ਆਪਣਾ ਸ਼ੇਰ ਪੰਜਾ ਮਾਰਿਆ ਕਰੇ। ਤੋ ਇਸ ਪ੍ਰਕਾਰ ਮਹਾਰਾਜ ਜੀ ਕਹਿੰਦੇ ਇਹਨਾਂ ਦਾ ਔਰੰਗਜ਼ੇਬ ਤੋਂ ਬਾਅਦ ਇਹਨਾਂ ਦਾ ਰਾਜ ਭਾਗ ਹਿੱਲ ਜਾਣਾ। ਲੋਟ ਕੋਟ ਜਗ ਕੋ ਦੁਖ ਬਨੇ। ਬਹੁਤ ਜ਼ਿਆਦਾ ਲੁੱਟ ਕੁੱਟ ਹੋਵੇਗੀ। ਸਾਰਾ ਜਗਤ ਬੜਾ ਦੁਖੀ ਹੋਵੇਗਾ ਜਦੋਂ ਕਾਬਲ ਤੋਂ ਆਵੇਗਾ ਨਾ ਨਾਦਰ ਅਬਦਾਲੀ। ਉਹ ਬੜਾ ਲੁੱਟ ਕੁੱਟ ਕਰੇਗਾ। ਹਜ਼ਾਰਾਂ ਲੋਕਾਂ ਦੇ ਘਰਾਂ ਨੂੰ ਉਜਾੜੇਗਾ। ਬਹੁਤ ਸਾਰੀਆਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਉਜਾੜੇਗਾ। ਤਬ ਹੈ ਸਿੰਘ ਗਰਜੈ ਬੜ ਭਾਰੇ। ਕਹਿੰਦੇ ਉਦੋਂ ਮੇਰਾ ਖਾਲਸਾ ਗਰਜੇਗਾ ਬੜੇ ਭਾਰੀ ਬਲ ਨਾਲ। ਜਿਸ ਅਬਦਾਲੀ ਨੂੰ ਦਿੱਲੀ ਨਾ ਰੋਕ ਸਕੇਗਾ, ਜਿਸ ਅਬਦਾਲੀ ਨੂੰ ਮੁਗਲ ਨਾ ਰੋਕ ਸਕਣਗੇ, ਜਿਸ ਅਬਦਾਲੀ ਨੂੰ ਮਰਾਠੇ ਨਾ ਰੋਕ ਸਕਣਗੇ, ਉਹ ਵੀ ਹਾਰ ਜਾਣਗੇ। ਉਸ ਅਬਦਾਲੀ ਨੂੰ ਖਾਲਸਾ ਪੰਜਾਬ ਦੀ ਧਰਤੀ ਤੇ ਅੱਗੋਂ ਆ ਕੇ ਟੱਕਰ ਕੇ ਰੋਕਿਆ ਕਰੇਗਾ। ਪੂਰੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਛੁਡਾਉਣ ਵਾਸਤੇ ਮੇਰਾ ਖਾਲਸਾ ਅੱਗੇ ਪਹੁੰਚਿਆ ਕਰੇਗਾ। ਉਹ ਹਿੰਦੁਸਤਾਨ ਨੂੰ ਲੁੱਟ ਕੇ ਲਿਆਇਆ ਕਰੇਗਾ ਤੇ ਖਾਲਸਾ ਪੰਜਾਬ ਦੀ ਧਰਤੀ ਤੇ ਅਬਦਾਲੀ ਨੂੰ ਲੁੱਟਿਆ ਕਰੇਗਾ। ਮਹਾਰਾਜ ਕਹਿੰਦੇ ਮੇਰਾ ਖਾਲਸਾ ਬਲੀ ਹੋ ਕੇ ਆਉਣ ਵਾਲੇ ਸਮੇਂ ਵਿੱਚ ਉਸ ਵੇਲੇ ਗਰਜੇਗਾ। ਰਹਿ ਜੰਗ ਸੰਗ ਸੁਨ ਕੰਧਾਰੇ। ਉਸ ਕੰਧਾਰੀ ਨਾਲ ਜੰਗ ਬਚੇਗਾ। ਖਾਲਸੇ ਦਾ ਕਈ ਥਾਵਾਂ ਤੇ ਭੇੜ ਹੋਵੇਗਾ। ਪੂਰਬ ਵਿਖਾ ਮੌਨ ਵਧ ਜਾਵੇ। ਪੂਰਬ ਵਾਲੇ ਪਾਸੇ ਮੌਨ ਦਾ ਮਤਲਬ ਫਰੰਗੀ ਵਧ ਜਾਣਗੇ। ਉਸ ਪਾਸੇ ਫਰੰਗੀਆਂ ਦਾ ਰਾਜ ਸ਼ੁਰੂ ਹੋ ਜਾਏਗਾ। ਲੜ ਕਰ ਸਭ ਕੀ ਸਫਾ ਉਠਾਵੇ। ਉਹ ਲੜ ਕੇ ਹੌਲੇ ਹੌਲੇ ਸਾਰੇ ਰਾਜ ਭਾਗ ਨੂੰ ਆਪਣੇ ਅਧੀਨ ਕਰਕੇ ਇਹਨਾਂ ਦੀ ਸਫਾ ਉਠਾ ਦੇਣਗੇ। ਪਿਤਾ ਸਿੰਘ ਉਤ ਹੋਏ ਫਿਰੰਗੇ। ਉੱਧਰ ਫਿਰੰਗੀ ਹੋਣਗੇ, ਇੱਧਰ ਖਾਲਸੇ ਦਾ ਰਾਜ ਹੋਵੇਗਾ। ਦਲ ਦੋਨੋਂ ਕੋ ਹੈ ਬੜ ਜੰਗੇ। ਇੱਕ ਦਿਨ ਇਹ ਵੀ ਆਵੇਗਾ ਫਿਰ ਫਿਰੰਗੀਆਂ ਦਾ ਤੇ ਖਾਲਸੇ ਦਾ ਵੀ ਜੰਗ ਹੋਵੇਗਾ। ਮਹਾਰਾਜ ਜੀ ਕਹਿੰਦੇ ਇੱਕ ਪਾਸੇ ਫਿਰੰਗੀਆਂ ਦਾ ਰਾਜ ਹੋ ਜਾਏਗਾ, ਇੱਕ ਪਾਸੇ ਇੱਧਰ ਖਾਲਸੇ ਦਾ ਰਾਜ ਹੋਵੇਗਾ। ਫਿਰ ਖਾਲਸੇ ਦਾ ਤੇ ਫਿਰੰਗੀਆਂ ਦਾ ਦੋਹਾਂ ਦਲਾਂ ਦਾ ਵੀ ਜੰਗ ਹੋਵੇਗਾ। ਕੇਤ ਕਸਮਤ ਇਮਹੁ ਬਿਤਾਵੇ। ਲੜਦਿਆਂ ਭਿੜਦਿਆਂ ਕੁਝ ਸਾਲ ਬੀਤਣਗੇ। ਮਿਲ ਕਰ ਮਸਲਤ ਰਾਜ ਕਮਾਵੇ। ਔਰ ਫਿਰ ਕੁਝ ਸਮੇਂ ਲਈ ਸੰਧੀ ਹੋਵੇਗੀ ਖਾਲਸੇ ਦੀ ਤੇ ਅੰਗਰੇਜ਼ਾਂ ਦੀ। ਲੁਧਿਆਣੇ ਸੰਧੀ ਹੋਈ ਔਰ ਮਿਲ ਕੇ ਕੁਝ ਸਮਾਂ ਇਹਨਾਂ ਦਾ ਰਾਜ ਚੱਲੇਗਾ। ਵਧੈ ਖਾਲਸਾ ਲੈ ਬੜ ਰਾਜਾ। ਖਾਲਸਾ ਵਧੇਗਾ, ਪ੍ਰਤਾਪ ਕਰਕੇ ਰਾਜ ਪ੍ਰਾਪਤ ਕਰੇਗਾ। ਸਭ ਵਿਦ ਤੇ ਅਧਿਕਾਏ ਸਮਾਜਾ। ਪ੍ਰਕਾਰ ਨਾਲ ਖਾਲਸੇ ਦਾ ਸਮਾਜ ਵਧੇਗਾ। ਜਿਤ ਕਿਤ ਸਿੰਘ ਨਾਮ ਗੁਰ ਜਪੈ। ਗੁਰੂ ਕੇ ਸਿੰਘ ਨਾਮ ਜਪਣ ਵਾਲੇ, ਬਾਣੀ ਪੜਨ ਵਾਲੇ ਗੁਰਮੁਖ ਦਿਦਾਰੀ ਹੋਣਗੇ। ਚਾਹੇ ਉਠਪੈ ਕਿਸ ਹੂੰ ਥਪੈ। ਖਾਲਸੇ 'ਚ ਇੰਨਾ ਬਲ ਹੋਵੇਗਾ ਜਿਹਨੂੰ ਮਰਜ਼ੀ ਰਾਜਾ ਬਣਾ ਦਿਆ ਕਰਨਗੇ, ਜਿਹਦੇ ਕੋਲ ਮਰਜ਼ੀ ਰਾਜ ਖੋਹ ਲਿਆ ਕਰਨਗੇ। ਜਿਹਨੂੰ ਚਾਹੇ ਮਰਜ਼ੀ ਰਾਜਾ ਬਣਾ ਦਿਆ ਕਰਨਗੇ, ਜਿਹਨੂੰ ਚਾਹੇ ਮਰਜ਼ੀ ਉਹਦੇ ਕੋਲ ਰਾਜ ਖੋਹ ਲਿਆ ਕਰਨਗੇ। ਦੋਹਰਾ
ਘਰ ਘਰ ਉਜੜੈ ਘਰ ਘਰ ਵਸੈ ਬਹੁਤ ਘਰ ਉਜੜਨਗੇ, ਕਿਤੇ ਬਹੁਤ ਘਰ ਵਸਣਗੇ। ਘਰ ਘਰ ਰੋਵੈ ਨਾਰ ਕਿਤੇ ਬਹੁਤ ਘਰਾਂ ਦੇ ਵਿੱਚ ਇਸਤਰੀਆਂ ਚੀਕ ਝਾੜਾ ਪਾ ਕੇ ਰੋਣਗੀਆਂ, ਕਿਤੇ ਗੀਤ ਗਾਉਣਗੀਆਂ। ਘਰ ਘਰ ਪੂਜਾ ਘਰ ਘੁਮੰਡ ਕਿਤੇ ਘਰਾਂ ਵਿੱਚ ਪੂਜਾ ਹੋਵੇਗੀ ਰੱਬ ਦੀ, ਤੇ ਕਿਤੇ ਘਰਾਂ ਵਿੱਚ ਹੰਕਾਰੀ ਲੋਕ ਰਹਿਣਗੇ। ਹਾਂਜੀ, ਘਰ ਘਰ ਹੋਏ ਮਰ ਸਾਰ ਕਿਤੇ ਘਰਾਂ ਵਿੱਚ ਸਵਰਗ ਹੋਵੇਗਾ ਤੇ ਕਿਤੇ ਘਰਾਂ ਵਿੱਚ ਸ਼ਮਸ਼ਾਨ ਭੂਮੀਆਂ ਹੋਣਗੇ, ਜਿੱਥੇ ਰੱਬ ਨੂੰ ਵਿਸਾਰਨ ਵਾਲੇ ਭੂਤਾਂ ਪ੍ਰੇਤਾਂ ਦੇ ਮਨਿੰਦ ਲੋਕ ਰਹਿਣਗੇ। ਸੋ ਪਏ ਨਿਰੰਕਾਲ ਰੋ ਰਾਜ ਕਮਾਵੈ ਤੇਰਾ ਖਾਲਸਾ ਰਾਜ ਕਰੇਗਾ। ਪਾਛੇ ਪੁਨ ਮਲੇਸ਼ ਵਧ ਜਾਵੈ ਬਾਅਦ ਚ ਮਲੇਛਾਂ ਨੇ ਫਿਰ ਵੱਧ ਜਾਣਾ। ਕਲ ਜੁਗ ਕੋਲ ਹੋਏ ਜਿਸ ਕਾਲ ਕਲਯੁਗ ਪੂਰੇ ਜੋਬਨ ਤੇ ਹੋਵੇਗਾ, ਘੋਰ ਸਮਾਂ ਹੋਵੇਗਾ ਕਲਯੁਗ ਦਾ। ਨਿਹ ਕਲੰਕ ਤਬ ਤੇਜ ਵਿਸਾਲ ਵੇਲੇ ਫਿਰ ਨਿਹ ਕਲੰਕੀ ਅਵਤਾਰ ਇਸ ਭਾਰਤ ਖੰਡ ਦੀ ਭੂਮੀ ਤੇ ਆਵੇਗਾ ਮਹਾਨ ਤੇਜ ਦੇ ਸਹਿਤ। ਪਰ ਪਾਪ ਸਮੂਹ ਬਿਨਾਸ਼ਨ ਕੋ ਕਲ ਕੀ ਅਵਤਾਰ ਕਹਾਵਾਂਗੇ। ਪਲ ਭਾਗ ਪਿਆ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵਾਂਗੇ। कल पाप समूह विनाशन को कल की अवतार कहावेंगे। कलगीधर दे बचन ने कल पाप समूह विनाशन को कल युग दे पापां दा विनाश करन लई कल की अवतार कहावेंगे। कल की अवतार कहावेगा। पल भाग पिया हर संभल के हर जू हर मंदिर आवेंगे। ओ संभलपुर दे इलाके चों, ये संभल दा इलाका संभलपुर उड़ीसा दे विच है, उथों आवेगा अवतार चढ़ के। बस फिर सभा ही उठाऊंगा आवेगा मलेच्छां दी। और जदों मलेच्छां दी सभा उठ जाएगी, उठ गई सभा मलेच्छ की कर कूड़ा पासार। डंका बाजिया फतेह का निह कलंक अवतार। कहंदे फिर उस वेले मलेच्छां दी सभा जिहड़ी राज भाग दी उठ जाएगी और फिर फतेह दा जगारा जिहड़ा सारे संसार विच गूंजेगा। और वो फतेह महाराज जी ने दित्ती है गुरु खालसे पंथ नूं। हाँ जी, इस प्रकार गुर सतल सुनायो। वचन महाराज कलगीधर जी ने भविखत वचन सुनाए। सुन सिंघन सब शीस निवायो। महाराज जी दे वचन सब ने शीस झुका के मत्था टेकिया। कहे गुरु बख्श सिंह शुभ कथा। कथा भाई गुरबख्श सिंह जी, भाई राम कोयर जी, बाबा बुढ़ा साहब जी दी अंश चो रमदास पिंड च बैठे सुना रहे ने खालसे नूं। सिख श्रोता प्रेमी सुन तथा। सिख श्रोते प्रेमी ने जिवें तुसीं बैठे सुनदे हो ना कथा, इदां भाई राम कोयर साहब जी कोलों सिंह बह के सुनदे सन शाम नूं कथा। दोहरा रामदास कुल राम कोयर गोरे कती कह चुप। रमदास नगर दे रहन वाले बाबे बुढ़े दी कुल दे उजागर दीपक भाई साहब भाई राम कोयर जी जदों एक कथा सुना रहे सन, एक कथा सुनांदे एकदम चुप कर गए। ये कथा महाराज कलगीधर दी खालसे दी वडियाई दी। उस वेले अबदाली दे हमले हो रहे सन। तो जदों एक कथा भाई राम कोयर साहब जी सुना रहे सन, उधरों नादर भी आ रहा सी हिंदुस्तान ते चढ़ के। ते भाई साहब गुरु साहब दी उपमा करदियां करदे एकदम चुप कर गए। कहते लगी समाद पद लई गुप्त रस गुप। कहंदियां भाई राम कोयर साहब जी दी समाधि लग गई ते एकदम गुप हो गए अपने अंदर ही। गुप हो के अंदर दा जेड़ा रस सी गुप्त उस नूं माणन लग पए। सिंह बैठे देखी जान भी भाई साहब दोबारा बोलणगे, पर भाई साहब कह दे उस दिन सारी रात भी बैठे रहे। अगला दिन भी सारा बीत गया। तीजे दिन जाके भाई साहब दे नेत्र खुले। कलगीधर दे रूप विच इहो जी सुरत जुड़ी समाधि स्थित हो गए। कलवर तारा पल सुने कल जुग ताका दास। कल जुग दा वरतारा दस्सिया। भाई साहब कहंदे भाई संतोख सिंह जिहड़ा इस कथा नूं पढ़ेगा सुनेगा, एक कलयुग दा दास हो जाएगा। आखो सतनाम वाहिगुरु। कहंदा कलयुग दा दास हो जाएगा। पाप भगै भगती जगै धन सिख की आस। जिहड़ा इस कथा नूं सुनेगा ओदे पाप भज जाणगे, ओदे अंदर भगती जागेगी। धन ने गुरु के सिख जिन्हां अंदर आस है खालसे दा राज होवेगा।